Hello everyone, welcome to my channel Cure IELTS RJ Tera, and today's cue card is 14 number. Describe an interesting song, and here are some cues of this cue card. So before starting, I would like to give a big thank to my all subscribers, and especially to those students and person who comment me in my videos comment section. So thank you for praising me, thank you to giving me so much motivational words so that I will keep uploading my new videos. So thank you so much. So let's start it. I am an audiophile who enjoys singing Hindi and Punjabi songs as well as listening to music. Audiophile like ਜਿਵੇਂ ਆਪਾਂ ਸ਼ਾਪਿੰਗ ਕਰਦੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸ਼ਾਪਿੰਗ ਕਰਨੀ ਪਸੰਦ ਹੁੰਦੀ ਹੈ ਤਾਂ ਉਹਨਾਂ ਨੂੰ ਆਪਾਂ ਸ਼ੌਪੋਹੋਲਿਕ ਪਰਸਨ ਕਹਿੰਦੇ ਆ ਹਨਾ। ਸੋ ਉਸ ਤਰ੍ਹਾਂ ਹੀ ਜਿਹੜੇ ਲੋਕੀ ਮਿਊਜ਼ਿਕ ਨੂੰ ਪਿਆਰ ਕਰਦੇ ਆ ਸੰਗੀਤ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਆਡੀਓਫਾਈਲ ਕਿਹਾ ਜਾਂਦਾ ਹੈ। ਤੇ ਇੱਥੇ ਜੋ ਲਾਈਕ ਸਪੀਕਰ ਹੈਗਾ ਜੋ ਸਟੂਡੈਂਟ ਬੋਲ ਰਿਹਾ ਹੈ ਉਹ ਕਹਿੰਦਾ ਹੈ ਕਿ ਆਈ ਐਮ ਆਡੀਓਫਾਈਲ ਕਿ ਮੈਂ ਇੱਕ ਆਡੀਓਫਾਈਲ ਹਾਂ ਜਿਹਨੂੰ ਕਿ ਹਿੰਦੀ ਤੇ ਪੰਜਾਬੀ ਸੌਂਗਸ ਗਾਉਣਾ ਬਹੁਤ ਪਸੰਦ ਆ ਤੇ ਸੁਣਨਾ ਵੀ ਮਿਊਜ਼ਿਕ ਨੂੰ ਬਹੁਤ ਪਸੰਦ ਆ। ਦ ਮੈਜੋਰਟੀ ਆਫ ਦੀਜ਼ ਸੌਂਗਸ ਜ਼ਿਆਦਾਤਰ ਜਿਹੜੇ ਹਿੰਦੀ ਤੇ ਪੰਜਾਬੀ ਦੇ ਮਤਲਬ ਦੀਜ਼ ਸੌਂਗਸ ਜਿਹੜੇ ਹੈ ਇਨ ਮਾਈ ਓਪੀਨੀਅਨ ਆਰ ਕੁਆਇਟ ਇੰਪੋਰਟੈਂਟ। ਉਹ ਮੇਰੇ ਓਪੀਨੀਅਨ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਆ। ਵੈਨ ਆਈ ਐਮ ਸਟਰੈਸਡ ਜਦੋਂ ਕਦੇ ਵੀ ਮੈਂ ਸਟਰੈਸ ਹੁੰਦਾ ਹਾਊਐਵਰ ਯਦੀਪੀ ਹੁਣ ਦੇਖੋ ਇਹਦੇ ਵਿੱਚ ਇਨ ਮਾਈ ਓਪੀਨੀਅਨ ਤੇ ਹਾਊਐਵਰ ਨੂੰ ਮੈਂ ਸੈਂਟੈਂਸਸ ਦੇ ਵਿੱਚ ਕਿੰਨਾ ਪ੍ਰੀਸਾਈਜ਼ਲੀ ਯੂਜ਼ ਕੀਤਾ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਰਾਈਟਿੰਗ ਦੇ ਵਿੱਚ ਵੀ ਸਟਰਕਚਰ ਬਣਾ ਸਕਦੇ ਹੋ। ਸੋ ਵੈਨ ਆਈ ਐਮ ਸਟਰੈਸ ਜਦੋਂ ਮੈਂ ਸਟਰੈਸ ਹੁੰਨਾ however I only listen to one sing ਮੈਂ ਸਿਰਫ ਇੱਕ ਹੀ ਸੌਂਗ ਨੂੰ ਸੁਣਦਾ which is my personal favorite ਜਿਹੜੀ ਕਿ ਮੇਰਾ ਬਹੁਤ ਹੀ ਜ਼ਿਆਦਾ ਫੇਵਰੇਟ ਆ that is love you ਜ਼ਿੰਦਗੀ is the title of the song from the film Dear Zindagi ਕਿ ਉਹ song ਦਾ ਟਾਈਟਲ ਕੀ ਹੈ love you ਜ਼ਿੰਦਗੀ ਤੇ ਫਿਲਮ ਦਾ ਨੇਮ ਹੈ Dear ਜ਼ਿੰਦਗੀ। ਹੁਣ ਤੁਸੀਂ ਦੇਖੋ ਜਦੋਂ ਤੁਸੀਂ ਐਗਜ਼ਾਮੀਨਰ ਦੇ ਫਰੰਟ 'ਚ ਜਾਓਗੇ ਤੁਸੀਂ ਉਸ ਨੂੰ song ਕਹਿ ਰਹੇ ਹੋ love you ਜ਼ਿੰਦਗੀ ਓਬਵੀਅਸਲੀ ਇੱਕ ਤਾਂ ਇੰਗਲਿਸ਼ ਦੇ ਵਿੱਚ ਇਹ ਲੈਂਗੁਏਜ ਆ ਰਹੀ ਹੈ ਐਂਡ ਇਹ ਐਗਜ਼ਾਮੀਨਰ ਨੂੰ ਕਿੰਨਾ ਇਨਫਲੂਐਂਸ ਕਰੂਗਾ ਤੇ ਐਗਜ਼ਾਮੀਨਰ ਸੋਚੂਗਾ ਡੈਫੀਨੇਟਲੀ ਕਿ ਦਿਸ song has some positivity ਕਿ ਇਸ song ਦੇ ਵਿੱਚ ਕੁਝ ਪੋਜ਼ਿਟਿਵਿਟੀ ਹੋਊਗੀ ਡੈਫੀਨੇਟਲੀ ਤੇ ਐਗਜ਼ਾਮੀਨਰ ਬੜਾ ਕਿਊਰੀਅਸ ਹੋਊਗਾ ਤੁਹਾਡਾ ਕਿਊ ਕਾਰਡ ਸੁਣਨ ਦੇ ਲਈ। ਸੋ ਦੈਟਸ ਵਾਈ ਕੁਝ ਮੇਰਾ ਐਕਸਪੀਰੀਅੰਸ ਜਿੱਥੋਂ ਤੱਕ ਹੈ ਸੋ ਮੈਂ ਇਹ ਕਹੂੰਗੀ ਕਿ ਕੁਝ ਇਸ ਤਰ੍ਹਾਂ ਦਾ ਕੁਝ ਸਪਾਈਸੀ ਕੁਝ ਡਿਫਰੈਂਟ ਕੁਝ ਇੰਟਰਸਟਿੰਗ ਜਿਹਾ ਕਿਊ ਕਾਰਡ ਦੇ ਵਿੱਚ ਪਾਇਆ ਕਰੋ ਆਪਦੇ ਫੋਲੋਅਪ ਕੁਐਸਚਨਸ ਦੇ ਵਿੱਚ ਪਾਓ ਜਿਹੜਾ ਕਿ ਐਗਜ਼ਾਮੀਨਰ ਨੂੰ ਰੈਜੀਨੋਵੇਟ ਕਰਦੇ ਉਹਨੂੰ ਬਹੁਤ ਜ਼ਿਆਦਾ ਐਕਸਾਈਟਿੰਗ ਕਰਦੇ ਕਿ ਉਹ ਤੁਹਾਨੂੰ ਸੁਣੇ। ਸੋ ਲਵ ਯੂ ਜ਼ਿੰਦਗੀ ਨੈਕਸਟ ਇਨ ਵਿਚ ਜਿਹਦੇ ਵਿੱਚ ਸ਼ਾਹਰੁਖ ਖਾਨ ਪਲੇਜ਼ ਦ ਲੀਡ ਰੋਲ ਸ਼ਾਹਰੁਖ ਖਾਨ ਲੀਡ ਰੋਲ ਨੂੰ ਪਲੇ ਕਰ ਰਿਹਾ ਐਂਡ ਆਲੀਆ ਭੱਟ ਪਲੇਜ਼ ਦ ਸਪੋਰਟਿੰਗ ਰੋਲ ਤੇ ਉਹ ਸਪੋਰਟਿੰਗ ਰੋਲ ਨੂੰ ਪਲੇ ਕਰ ਰਹੀ ਆ ਇਨ ਦਿਸ ਫਿਲਮ। ਇਸ ਫਿਲਮ ਦੇ ਵਿੱਚ ਇਟ ਇਜ਼ ਮਾਈ ਫੇਵਰੇਟ ਸੌਂਗ ਇਹ ਮੇਰਾ ਫੇਵਰੇਟ ਸੌਂਗ ਹੈ ਕਿਉਂਕਿ ਇਟ ਡਿਪਿਕਟਸ ਹੁੰਦਾ ਹੈ ਇਹਨੇ ਦਰਸਾਇਆ ਲਾਈਕ ਸ਼ੋਜ਼ ਜਿਹਨੂੰ ਆਪਾਂ ਕਹਿੰਦੇ ਸਿਨੋਨੀਅਮ ਹੈ ਸ਼ੋ ਦਾ। ਇਟ ਡਿਪਿਕਟਸ ਹਾਊ ਵੀ ਕੈਨ ਮੇਕ ਆਵਰ ਲਾਈਵਸ ਮੋਰ ਬਿਊਟੀਫੁਲ ਕਿ ਕਿਵੇਂ ਆਪਾਂ ਆਪਣੀ ਜ਼ਿੰਦਗੀ ਨੂੰ ਹੋਰ ਵੀ ਜ਼ਿਆਦਾ ਬਿਊਟੀਫੁਲ ਕਰ ਸਕਦੇ ਹੈ ਬਾਏ ਫੋਕਸਿੰਗ ਔਨ ਰੀਅਲ ਲਾਈਫ ਰਿਲੇਸ਼ਨਸ਼ਿਪ ਇਸ਼ੂਜ਼ ਕਿ ਆਪਾਂ ਆਪਣੀ ਰੀਅਲ ਲਾਈਫ ਜਾਂ ਰੀਅਲ ਜਿਹੜੀ ਜ਼ਿੰਦਗੀ ਆ ਉਸ ਦੇ ਰਿਲੇਸ਼ਨਸ਼ਿਪ ਇਸ਼ੂਜ਼ 'ਤੇ ਫੋਕਸ ਕਰਕੇ ਆਪਾਂ ਆਪਣੀ ਜ਼ਿੰਦਗੀ ਨੂੰ ਹੋਰ ਕਿੰਨਾ ਵਧੀਆ ਕਰ ਸਕਦੇ। ਦੇਖੋ ਇੱਕ ਲਾਈਨ ਦੇ ਵਿੱਚ ਆਪਾਂ ਕਿੰਨਾ ਵਧੀਆ ਕਿਊ ਕਾਰਡ ਨੂੰ ਸੁਣਾ ਰਹੇ ਹਾਂ। ਇਟ ਇਜ਼ ਆਲਸੋ ਰਿਫਲੈਕਟਡ ਇਹ ਵੀ ਰਿਫਲੈਕਟ ਕਰ ਇਟ ਇਜ਼ ਆਲਸੋ ਰਿਫਲੈਕਟਡ ਇਨ ਦਾ ਸੌਂਗਸ ਲਿਰਿਕਸ ਇਹ ਚੀਜ਼ ਸੌਂਗ ਦੀ ਲਿਰਿਕਸ ਦੇ ਵਿੱਚ ਵੀ ਪੂਰੀ ਤਰ੍ਹਾਂ ਰਿਫਲੈਕਟ ਕੀਤੀ ਗਈ ਆ। ਆਈ ਫੀਲ ਰਿਲੀਵਡ ਆਫ ਸਟਰੈਸ ਐਂਡ ਫਰੀ ਵੈਨ ਐਵਰ ਆਈ ਲਿਸਨ ਟੂ ਇਟ ਕਿ ਜਦੋਂ ਕਦੇ ਮੈਂ ਇਸ ਨੂੰ ਸੁਣਦਾ ਤਾਂ ਮੈਨੂੰ ਬੜਾ ਹੀ ਆਰਾਮ ਤਣਾਅ ਮੇਰਾ ਜਿਹੜਾ ਜਿੰਨਾ ਵੀ ਸਟਰੈਸ ਹੁੰਦਾ ਤਣਾਅ ਹੁੰਦਾ ਸਭ ਦੂਰ ਹੋ ਜਾਂਦਾ ਤੇ ਮੈਨੂੰ ਬੜਾ ਹੀ ਰੈਜਨੋਵੇਟ ਫੀਲ ਹੁੰਦਾ। ਹੂ ਸਿੰਗਸ ਦਿਸ ਸੌਂਗ ਇਸ ਸੌਂਗ ਨੂੰ ਕਿਹਨੇ ਗਾਇਆ ਆਈ ਐਮ ਨਾਟ ਸ਼ੋਰ ਮੈਨੂੰ ਨਹੀਂ ਪਤਾ। ਦ ਸਿੰਗਰ ਹੈਜ਼ ਡਨ ਐਨ ਆਊਟਸਟੈਂਡਿੰਗ ਜੌਬ ਸਿੰਗਿੰਗ ਇਟ ਕਿ ਇਸ ਨੂੰ ਗਾ ਕੇ ਸਿੰਗਰ ਨੇ ਬੜੀ ਹੀ ਵਧੀਆ ਕੰਮ ਕੀਤਾ। ਆਈ ਲਿਸਨ ਟੂ ਇਟ ਮੋਸਟਲੀ ਐਟ ਨਾਈਟ ਕਿ ਮੈਂ ਇਹਨੂੰ ਜ਼ਿਆਦਾਤਰ ਰਾਤ ਦੇ ਵਿੱਚ ਹੀ ਸੁਣਦਾ ਬਿਕੋਜ਼ ਇਟ ਬ੍ਰਿੰਗਸ ਮੀ ਸਪਿਰਿਚੁਅਲ ਕਾਮ ਹੁੰਦਾ ਮਤਲਬ ਮੇਰੀ ਆਤਮਾ ਨੂੰ ਇਹ ਸ਼ਾਂਤੀ ਦਿੰਦਾ ਐਂਡ ਐਡਸ ਅ ਰੋਮੈਂਟਿਕ ਐਲੀਮੈਂਟ ਟੂ ਮਾਈ ਲਾਈਫ। ਵਾਓ ਵਟ ਦ ਵਰਡਸ ਕਿੰਨੀਆਂ ਅੱਛੀਆਂ ਲਾਈਨਸ ਕਿੰਨੇ ਵਧੀਆ ਵਰਡਸ ਬਣਾਏ ਗਏ ਆ ਡੈਫੀਨੇਟਲੀ ਤੁਹਾਡੇ ਬੈਂਡ ਸਕੋਰ ਇਨਕਰੀਜ਼ ਕਰਨਗੇ ਐਂਡ ਐਡਸ ਅ ਰੋਮੈਂਟਿਕ ਐਲੀਮੈਂਟ ਟੂ ਮਾਈ ਲਾਈਫ ਤੇ ਇਹ ਮੇਰੀ ਜ਼ਿੰਦਗੀ ਦੇ ਵਿੱਚ ਰੋਮੈਂਟਿਕ ਐਲੀਮੈਂਟਸ ਲਾਈਕ ਬਹੁਤ ਬਹਾਰ ਟਾਈਪ ਜਿਵੇਂ ਆਪਾਂ ਪੰਜਾਬੀ 'ਚ ਕਹਿ ਦਈਏ ਤਾਂ ਇਹ ਲੈ ਕੇ ਆਉਂਦੇ ਆ।
ਇਟ ਇਨਸਟਿਲਸ ਇਨ ਮੀ ਦ ਡਿਜ਼ਾਇਰ। ਇਨਸਟਿਲਸ ਹੁੰਦਾ ਕਿਸੇ ਚੀਜ਼ ਦੇ ਵਿੱਚ ਭਰ ਦੇਣਾ, ਜਾਂ ਕਿਸੇ ਚੀਜ਼ ਜਿਵੇਂ ਆਪਾਂ ਕਹਿੰਦੇ ਹਾਂ ਮੋਟੀਵੇਸ਼ਨ। ਉਹਨੇ ਕਿਹਾ ਕਿ ਮੈਨੂੰ ਉਹਨੇ ਮੈਨੂੰ ਇੰਨਾ ਜ਼ਿਆਦਾ ਮੋਟੀਵੇਸ਼ਨ ਕੀਤਾ ਕਿ ਮੈਂ ਬਹੁਤ ਜ਼ਿਆਦਾ ਪੋਜ਼ੀਟਿਵ ਹੋ ਗਿਆ। ਸੋ ਹੀ ਇਨਸਟਿਲਸ ਮੋਟੀਵੇਸ਼ਨ। ਉੱਦਾਂ ਹੀ ਕਿਹਾ ਕਿ ਇਟ ਲੱਗਿਆ ਸੌਂਗ ਦੇ ਲਈ ਕਿ ਜਿਹੜਾ ਇਹ ਸੌਂਗ ਹੈ, ਇਨਸਟਿਲ ਮਤਲਬ ਭਰਨਾ, ਇਨ ਮੀ ਮੇਰੇ ਵਿੱਚ, ਦ ਡਿਜ਼ਾਇਰ ਟੂ ਲਿਵ ਲਾਈਫ ਟੂ ਦਾ ਆਊਟਮੋਸਟ, ਕਿ ਇਹੋ ਜਿਹੀ ਇੱਕ ਇੱਛਾ ਭਰ ਦਿੰਦਾ ਹੈ ਕਿ ਮੈਂ ਆਪਦੀ ਜ਼ਿੰਦਗੀ ਨੂੰ ਬੜੇ ਹੀ ਚਾਅ ਦੇ ਨਾਲ ਜੀਵਾਂ। ਆਈ ਹੈਵ ਚੇਂਜਡ ਅ ਲੋਟ ਸਿੰਸ ਲਿਸਨਿੰਗ ਟੂ ਦਿਸ ਸੌਂਗ। ਮੈਂ ਬੜਾ ਹੀ ਬਦਲ ਗਿਆ ਹੈ, ਮੈਂ ਆਪਦੇ ਆਪ ਨੂੰ ਬੜਾ ਹੀ ਬਦਲ ਲਿਆ ਜਦੋਂ ਤੋਂ ਮੈਂ ਇਸ ਸੌਂਗ ਨੂੰ ਸੁਣਿਆ। ਐਂਡ ਆਈ ਹੈਵ ਸਟਾਰਟਡ ਟੂ ਲਵ ਲਾਈਫ। ਅਤੇ ਮੈਂ ਕੀ ਸ਼ੁਰੂਆਤ ਕੀਤੀ ਹੈ? ਜ਼ਿੰਦਗੀ ਨੂੰ ਪਿਆਰ ਕਰਨ ਦੀ ਸ਼ੁਰੂਆਤ ਕੀਤੀ ਹੈ। ਆਈ was living a life full of pressures, pointless responsibilities and unhappiness before seeing the movie and hearing this music। ਕਿ ਮੈਂ ਇਸ ਮੂਵੀ ਨੂੰ ਦੇਖਣ ਤੋਂ ਪਹਿਲਾਂ ਤੇ ਇਸ ਸੌਂਗ ਨੂੰ ਸੁਣਨ ਤੋਂ ਪਹਿਲਾਂ ਆਪਦੀ ਜ਼ਿੰਦਗੀ ਬਹੁਤ ਹੀ, ਮੈਂ ਕਿਸ ਟਾਈਪ ਦੀ ਜ਼ਿੰਦਗੀ ਜੀ ਰਿਹਾ ਸੀ, ਜਿਹੜੀ ਕਿ ਬਹੁਤ ਜ਼ਿਆਦਾ ਪ੍ਰੈਸ਼ਰ ਸੀਗੇ, ਬੇਤੁਕੀ ਜੀਆਂ ਰਿਸਪੋਂਸਿਬਿਲਿਟੀਜ਼ ਸੀ, ਅਤੇ ਕੋਈ ਖੁਸ਼ੀ ਨਹੀਂ ਸੀਗੀ। ਬਟ ਹੁਣ ਨਾਓ ਆਈ ਐਮ ਇਨ ਮਚ ਬੈਟਰ ਪਲੇਸ ਇਨ ਮਾਈ ਲਾਈਫ। ਅੱਜ ਮੈਂ ਆਪਦੀ ਜ਼ਿੰਦਗੀ ਦੇ ਇੱਕ ਬੜੇ ਹੀ ਵਧੀਆ ਪਲੇਸ 'ਤੇ ਖੜਾ, ਇੱਕ ਪਹਿਲੂ 'ਤੇ ਖੜਾ। ਵਟ ਐਵਰ ਸਿਚੁਏਸ਼ਨ ਅਰਾਈਸਿਸ, ਕੋਈ ਵੀ ਸਿਚੁਏਸ਼ਨ ਚਾਹੇ ਆ ਜਾਵੇ ਜਾਂ ਕੋਈ ਵੀ ਪ੍ਰੋਬਲਮ ਆ ਜਾਵੇ, ਆਈ ਹੈਂਡਲ ਇਟ, ਮੈਂ ਉਸਨੂੰ ਹੈਂਡਲ ਕਰ ਲੈਣਾ ਵਿਦ ਈਜ਼, ਬੜੇ ਹੀ ਸੌਖੇ ਤਰੀਕੇ ਨਾਲ ਅਤੇ ਬੜੀ ਹੀ ਸ਼ਾਂਤੀ ਦੇ ਨਾਲ। ਬਿਕੋਜ਼ ਕਿਉਂਕਿ ਇਟ ਮੋਟੀਵੇਟਸ, ਇਟ ਮਤਲਬ ਇਹ ਜਿਹੜਾ ਸੌਂਗ ਹੈ ਇਹ ਮੈਨੂੰ ਮੋਟੀਵੇਟ ਕਰਦਾ ਮੀ ਟੂ ਹੈਂਡਲ ਦਾ ਮੋਰ ਡਿਫੀਕਲਟ ਪ੍ਰੋਬਲਮਸ, ਕਿ ਮੈਂ ਹੋਰ ਵੀ ਡਿਫੀਕਲਟ ਪ੍ਰੋਬਲਮਸ ਨੂੰ ਹੈਂਡਲ ਕਰਾਂ ਇਨ ਅ ਸਟ੍ਰੇਟ ਫੋਰਵਰਡ ਮੈਨਰ, ਕਿ ਬੜੇ ਹੀ ਸਿੱਧੇ ਤਰੀਕੇ ਦੇ ਨਾਲ। everyone, ਹਰ ਕੋਈ, ਇਨ ਮਾਈ ਓਪੀਨੀਅਨ, ਮੇਰੇ ਓਪੀਨੀਅਨ ਦੇ ਅਨੁਸਾਰ, ਸ਼ੁੱਡ ਲਿਸਨ ਟੂ ਦਿਸ ਸੌਂਗ, ਇਸ ਸੌਂਗ ਨੂੰ ਸੁਣਨਾ ਚਾਹੀਦਾ ਹੈ, ਕਿਉਂਕਿ ਇਟ ਵਿਲ ਗਿਵ ਦੈਮ ਫਰੈਸ਼ ਹੋਪ ਫॉर ਲਿਵਿੰਗ ਅ ਵਰਥਵਾਈਲ ਲਾਈਫ, ਕਿ ਇਹ ਲੋਕਾਂ ਨੂੰ ਇੱਕ ਚੰਗੀ, ਇੱਕ ਕੰਫਰਟੇਬਲ ਅਤੇ ਇੱਕ ਖੁਸ਼ੀਆਂ ਭਰੀ ਲਾਈਫ ਜੀਣ ਦੀ ਬੜੀ ਹੋਪ ਦਿੰਦਾ ਹੈ। ਤੋ ਇਸ ਕਿਊ ਕਾਰਡ ਨੂੰ ਤੁਸੀਂ ਦੇਖੋ ਬਰੀਫਲੀ, ਕਿੰਨੇ ਮਤਲਬ ਆਪਾਂ ਇਹ ਨਹੀਂਗਾ ਕਿ ਕਚਰਾ ਜਿਹਾ ਇਹਦੇ ਵਿੱਚ ਐਡ ਕੀਤਾ ਹੈ, ਇਨ ਦੈਟ ਪਲੇਸ ਆਈ ਗੋ ਐਂਡ ਸਟੋਰੀਜ਼ ਸੋ ਮੱਚ। ਸੋ ਜਿੱਦਾਂ ਆਪਾਂ ਕਿਊ ਕਾਰਡ ਜਨਰਲੀ ਆਪਾਂ ਬੋਲਦੇ ਹਾਂ ਤਾਂ ਆਪਣੇ ਬੈਂਡ ਸਿਰਫ 5.5 6 ਜਾਂ 6.5 ਬੈਂਡ ਆਉਂਦੇ ਆ। ਇਹਦੇ ਵਿੱਚ ਦੇਖੋ ਇੱਕ ਕਲੀਅਰ ਕੱਟ ਆਪਾਂ ਗੱਲ ਕੀਤੀ ਹੈ, ਕਲੀਅਰ ਕੱਟ ਇਹਦੇ ਵਿੱਚ ਵੋਕੈਬ ਐਡ ਕੀਤੀ ਹੈ, ਪਲੱਸ ਕਲੀਅਰ ਕੱਟ ਆਪਾਂ ਇਹਦੇ ਵਿੱਚ ਕੋਹੀਜ਼ਨ ਕੋਹਰੈਂਸ ਮੇਨਟੇਨ ਕੀਤਾ, ਇੱਕ ਅੱਛੀ ਜਿਹੀ ਸਟੋਰੀ ਬਣਾਤੀ ਹੈ ਤਾਂ ਕਿ ਐਗਜ਼ਾਮੀਨਰ ਨੂੰ ਪੂਰਾ ਪਤਾ ਚੱਲੇ ਕਿ ਮੈਂ ਆਹ ਕੁਐਸਚਨ ਪੁੱਛਿਆ ਸੀ ਅਤੇ ਇਹਦਾ ਆਹੀ ਇਹਨੇ ਡਾਇਰੈਕਟ ਆਨਸਰ ਦਿੱਤਾ ਅਤੇ ਬੜੇ ਹੀ ਵਧੀਆ ਤਰੀਕੇ ਨਾਲ ਦਿੱਤਾ ਹੈ। ਸੋ ਇਸ ਟਾਈਪ ਨਾਲ ਤੁਸੀਂ ਕਿਊ ਕਾਰਡ ਨੂੰ ਕਰਨਾ ਹੈ। ਉਹਦੇ ਵਿੱਚ ਕੁਛ ਵੀ ਰਬਿਸ਼ ਥਿੰਗਸ ਐਂਡ ਐਕਸਟਰਾ ਸਟੋਰੀਜ਼ ਅਤੇ ਐਕਸਟਰਾ ਲੈਂਗੁਏਜ ਵਰਡਸ ਇਨ ਦਿਸ ਮਾਡਰਨ ਐਰਾ, ਇਨ ਦਿਸ ਕੰਟੈਂਪਰੇਰੀ ਐਰਾ, ਇਸ ਟਾਈਪ ਦੀਆਂ ਚੀਜ਼ਾਂ ਨਹੀਂ ਪੜ੍ਹ ਰਹੀਆਂ ਜਿਹੜੀਆਂ ਬਿਲਕੁਲ ਵੀ ਰੈਲੇਵੈਂਟ ਨਾ ਕਰਦੀਆਂ ਹੋਣ। Now follow-up question, do teenagers and adults enjoy the same kind of songs? ਕਿ ਜਿਹੜੇ teenagers ਹੈ ਤੇ adults ਹੈ ਉਹ same kind ਦੇ songs ਨੂੰ enjoy ਕਰਦੇ ਹੈ? It is a matter of personal preference, ਕਿ ਇਹ personal preference ਦੀ ਗੱਲ ਆ। ਟੀਨੇਜਰਸ ਪ੍ਰੈਫਰ ਸੌਂਗਸ ਵਿਦ ਕੁਇਕ ਬੀਟਸ, ਜਿਹੜੇ ਟੀਨੇਜਰਸ ਹੈ ਉਹ ਕੁਇਕ ਬੀਟ ਮਤਲਬ ਫਾਸਟ ਬੀਟਸ ਦੇ ਸੌਂਗਸ ਨੂੰ ਪ੍ਰੈਫਰ ਕਰਦੇ ਹੈ। ਵੇਅਰ ਐਜ਼ ਜਬਕਿ ਅਡਲਟਸ ਚੂਜ਼ ਸੌਂਗਸ ਵਿਦ ਡੀਸੈਂਟ ਲਿਰਿਕਸ ਐਂਡ ਕੁਆਇਟ ਮਿਊਜ਼ਿਕ, ਕਿ ਜਿਹੜੇ ਅਡਲਟਸ ਹੈ ਉਹ ਉਸ ਸੌਂਗਸ ਨੂੰ ਚੂਜ਼ ਕਰਦੇ ਜਿਹੜੇ ਕਿ ਬੜੇ ਹੀ ਲਾਈਕ ਸੌਫਟ ਸੌਂਗਸ ਹੋਣ, ਜਿਹਦੀਆਂ ਦੀ ਲਿਰਿਕਸ ਬੜੀ ਹੀ ਸੋਹਣੀਆਂ ਹੋਣ, ਇੱਕ ਮਤਲਬ ਹੋਵੇ ਕਿਸੇ ਲਿਰਿਕ ਦਾ, ਇੱਕ ਹਰ ਵਰਡ ਦਾ ਇੱਕ ਮੀਨ ਨਿਕਲਦਾ ਹੋਵੇ ਅਤੇ ਬੜਾ ਹੀ ਸ਼ਾਂਤ ਜਿਹਾ ਮਿਊਜ਼ਿਕ ਹੋਵੇ। ਇਸ ਟਾਈਪ ਦੇ ਮਿਊਜ਼ਿਕ ਨੂੰ ਅਡਲਟ ਚੂਜ਼ ਕਰਦੇ ਆ। ਔਨ ਵਿਚ ਓਕੇਜਨਸ ਡੂ ਪੀਪਲ ਇਨ ਯੂਰ ਕੰਟਰੀ ਸਿੰਗ ਟੂਗੈਦਰ, ਕਿਹੜੇ ਓਕੇਜ਼ਨ 'ਤੇ ਤੁਹਾਡੀ ਕੰਟਰੀ ਦੇ ਲੋਕ ਇਕੱਠਿਆਂ ਗਾਉਂਦੇ ਆ? ਪੀਪਲ ਇਨ ਮਾਈ ਕੰਟਰੀ, ਮੇਰੀ ਕੰਟਰੀ ਦੇ ਵਿੱਚ ਲੋਕ ਸਿੰਗ ਟੂਗੈਦਰ ਡਿਊਰਿੰਗ ਬਰਥਡੇ ਸੈਲੀਬ੍ਰੇਸ਼ਨਸ, ਵੈਡਿੰਗਸ, ਐਨੀਵਰਸਰੀਜ਼ ਐਂਡ ਨੈਸ਼ਨਲ ਹੌਲੀਡੇਜ਼ ਸਚ ਐਜ਼ ਇੰਡੀਪੈਂਡੈਂਸ ਡੇ। ਸੋ ਇਹਦੇ ਵਿੱਚ ਜੇ ਤੁਸੀਂ ਇਸ ਨੂੰ ਥੋੜ੍ਹਾ ਹੋਰ ਐਕਸਟੈਂਡ ਕਰਨਾ ਚਾਹੁੰਦੇ ਹੋ ਦੈਨ ਯੂ ਕੈਨ ਯੂਜ਼ ਦਾ ਲਾਈਕ ਐਨੀਵਰਸਰੀਜ਼, ਵੈਡਿੰਗਸ 'ਤੇ ਉਹ ਲਾਈਕ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਹਾਰਡ ਸੌਂਗਸ ਔਰ ਬੀਟ ਸੌਂਗਸ ਨੂੰ ਪਲੇ ਕਰਦੇ ਹਨ ਜਨਰਲੀ, ਔਰ ਮੋਸਟਲੀ ਜਿੱਦਾਂ ਵੀ ਵਰਡਸ ਲਾ ਕੇ ਕਿ ਜਿਹੜੇ ਨੈਸ਼ਨਲ ਇੰਡੀਪੈਂਡੈਂਸ ਡੇ ਹੁੰਦਾ ਹੈ, ਨੈਸ਼ਨਲ ਡੇਜ਼ ਹੁੰਦੇ ਆ, ਹੌਲੀਡੇਜ਼ ਹੁੰਦੇ ਆ, ਉਦੋਂ ਲੋਕ ਕੀ ਗਾਉਣਾ ਪਸੰਦ ਕਰਦੇ ਆ? ਲਾਈਕ ਨੈਸ਼ਨਲ ਸੌਂਗਸ ਕਹਿ ਸਕਦੇ ਹੋ, ਮੋਟੀਵੇਸ਼ਨਲ ਸੌਂਗਸ ਨੂੰ ਗਾਉਣਾ ਪਸੰਦ ਕਰਦੇ ਆ। ਵਿਚ ਕਾਈਂਡਸ ਆਫ ਸੌਂਗਸ ਆਰ ਸੁਟੇਬਲ ਫॉर ਚਿਲਡਰਨ ਐਂਡ ਵਾਈ? ਫੋਕ ਸੌਂਗਸ ਇਨ ਮਾਈ ਓਪੀਨੀਅਨ ਆਰ ਆਈਡਲ ਫॉर ਯੰਗਸਟਰਸ। ਉਹ ਕੀ ਹੈ?
ਆਈਡਲ ਮਤਲਬ ਉੱਥੇ ਸੁਟੇਬਲ ਲਿਖਿਆ, ਇਹਨੂੰ ਆਪਾਂ ਪੈਰਾਫਰੇਜ਼ ਕਰਤਾ ਆਈਡਲ ਦੇ ਨਾਲ, ਕਿ ਫੋਕ ਸੌਂਗਸ ਬਹੁਤ ਹੀ ਵਧੀਆ ਹੁੰਦੇ ਯੰਗਸਟਰਸ ਦੇ ਲਈ, ਸਿੰਸ ਦੇ ਕੀਪ them connected to their culture and tradition, ਕਿਉਂਕਿ ਉਹ ਕੀ ਕਰ ਰਹੇ ਹੈ, ਉਹ ਜਵਾਕਾਂ ਨੂੰ ਉਹਨਾਂ ਦੇ ਟ੍ਰਡੀਸ਼ਨ ਅਤੇ ਉਹਨਾਂ ਦੇ ਕਲਚਰ ਦੇ ਨਾਲ ਕਨੈਕਟ ਰਹਿਣ ਦੇ ਲਈ ਹੈਲਪ ਕਰ ਰਹੀ ਹੈ। ਟੂਡੇਜ਼ ਯੰਗਸਟਰਸ ਆਰ ਇਮਰਸਡ ਇਨ ਗਲੋਬਲ ਸੋਸਾਇਟੀ, ਅੱਜ ਕੱਲ੍ਹ ਦੇ ਜਿਹੜੇ ਯੰਗਸਟਰਸ ਹੈ ਉਹ ਗਲੋਬਲ ਸੋਸਾਇਟੀ ਦੇ ਵਿੱਚ ਵੜ ਚੁੱਕੀ ਆ, ਐਂਡ ਐਜ਼ ਅ ਰਿਜ਼ਲਟ ਇਸ ਕਰਕੇ ਦੇ ਮਸਟ ਬੀ ਐਕਸਪੋਜ਼ਡ ਟੂ ਅਵਰ ਟ੍ਰੈਡੀਸ਼ਨਲ ਕਲਚਰ, ਤਾਂ ਉਹਨਾਂ ਨੂੰ ਆਪਣੇ ਟ੍ਰੈਡੀਸ਼ਨਲ ਕਲਚਰ ਬਾਰੇ ਜਾਗਰੂਕ ਕਰਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਫੋਕ ਮਿਊਜ਼ਿਕ ਇਜ਼ ਅ ਗ੍ਰੇਟ ਵੇ ਟੂ ਕਨੈਕਟ ਵਿਦ ਆਵਰ ਹੈਰੀਟੇਜ, ਅਤੇ ਫੋਕ ਮਿਊਜ਼ਿਕ ਜਿਹੜਾ ਹੈ ਉਹ ਸਭ ਤੋਂ ਵਧੀਆ ਵੇ ਹੈ ਕਿ ਆਪਾਂ ਆਪਣੇ ਹੈਰੀਟੇਜ ਦੇ ਨਾਲ ਕਨੈਕਟ ਹੋਈਏ। ਹੁਣ ਹੈਰੀਟੇਜ ਕੀ ਹੁੰਦਾ ਹੈ, ਹੈਰੀਟੇਜ ਲਾਈਕ ਮੇਰੀ ਡੇ 1 ਦੀ ਵੋਕੈਬਲਰੀ ਦੀ ਵੀਡੀਓ, ਉਹਨੂੰ ਤੁਸੀਂ ਚੈੱਕ ਕਰੋ, ਉਹਦੇ ਵਿੱਚ ਹੈਰੀਟੇਜ ਦਾ ਇੱਕ ਬਰੀਫਲੀ ਮੀਨਿੰਗ ਦਿੱਤਾ ਹੋਇਆ ਹੈ ਪੂਰੇ ਐਗਜ਼ਾਮਪਲ ਦੇ ਨਾਲ। ਹੈਰੀਟੇਜ ਦਾ ਮੀਨਿੰਗ ਹੁੰਦਾ ਹੈ ਕੋਈ ਪ੍ਰਾਊਡ ਵਾਲੀ ਗੱਲ, ਕੋਈ ਪ੍ਰੇਜ਼ ਹੋਈ ਹੋਵੇ, ਤਾਂ ਆਪਾਂ ਨੂੰ ਦੱਸਦਾ ਹੈ ਜਿਹੜਾ ਫੋਕ ਮਿਊਜ਼ਿਕ ਹੈ ਕਿ ਆਪਣਾ ਪ੍ਰਾਊਡ ਕੀ ਆ। ਵਾਈ ਡੂ ਯੂ ਥਿੰਕ ਪੀਪਲ ਆਫ ਡਿਫਰੈਂਟ ਏਜ ਗਰੁੱਪਸ ਹੈਵ ਡਿਫਰੈਂਟ ਫੇਵਰੇਟ ਸੌਂਗਸ, ਕਿ ਕਿਉਂ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਡਿਫਰੈਂਟ ਏਜ ਗਰੁੱਪ ਦੇ ਲੋਕ ਹੁੰਦੇ ਆ ਉਹਨਾਂ ਦੇ ਅਲੱਗ-ਅਲੱਗ ਫੇਵਰੇਟ ਸੌਂਗਸ ਹੁੰਦੇ ਆ। ਦ ਮੇਨ ਰੀਜ਼ਨ ਫॉर ਦਿਸ ਇਜ਼ ਬਿਕੋਜ਼ ਪੀਪਲਸ ਮਾਈਂਡ ਸੈਟਸ ਚੇਂਜ ਐਜ਼, ਕਿਉਂਕਿ ਲੋਕਾਂ ਦੇ ਦਿਮਾਗ ਐਵੇਂ ਚੇਂਜ ਹੁੰਦੇ ਆ ਜਿਵੇਂ ਕਿ ਦੇ ਗਰੋ ਓਲਡਰ, ਜਿਵੇਂ ਜਿਵੇਂ ਉਹ ਵੱਡੇ ਹੁੰਦੇ ਆ ਉਵੇਂ ਉਵੇਂ ਲੋਕਾਂ ਦੇ ਦਿਮਾਗ ਚੇਂਜ ਹੁੰਦੇ ਰਹਿੰਦੇ ਆ। ਵੀ ਯੂਜ਼ਡ ਟੂ ਲਿਸਨ ਟੂ ਅਮਿਊਜ਼ਿੰਗ ਮਿਊਜ਼ਿਕ ਵੈਨ ਵੀ ਵਰ ਯੰਗਰ, ਜਦੋਂ ਆਪਾਂ ਯੰਗ ਹੁੰਦੇ ਤਾਂ ਆਪਾਂ ਨੂੰ ਅਮਿਊਜ਼ਿੰਗ ਮਿਊਜ਼ਿਕ ਆਪਾਂ ਸੁਣਨਾ ਪਸੰਦ ਕਰਦੇ ਹਾਂ, ਇਹ ਆਪਣੀ ਆਦਤ ਹੁੰਦੀ ਹੈ। ਰੋਮੈਂਟਿਕ ਸੌਂਗਸ ਆਰ ਪੋਪੂਲਰ, ਰੋਮੈਂਟਿਕ ਸੌਂਗਸ ਪੋਪੂਲਰ ਹੁੰਦੇ ਆ ਟੀਨੇਜ ਈਅਰ ਦੇ ਟਾਈਮ, ਉਦੋਂ ਆਪਾਂ ਨੂੰ ਰੋਮੈਂਟਿਕ ਸੌਂਗ ਸੁਣਨੇ ਪਸੰਦ ਹੁੰਦੇ ਆ। ਪੀਪਲ ਇਨ ਦੇਅਰ ਲੇਟਰ ਏਜ, ਲੋਕੀ ਆਪਦੀ ਲੇਟਰ ਏਜ ਮਤਲਬ ਲਾਈਕ ਬੁਢਾਪੇ ਜੇ ਤੱਕ ਜਦੋਂ ਆ ਜਾਂਦੇ ਆ, ਔਨ ਦਾ ਅਦਰ ਹੈਂਡ ਲਿਸਨ ਟੂ ਰਿਲੀਜੀਅਸ ਐਂਡ ਡਿਵੋਸ਼ਨਲ ਸੌਂਗਸ, ਉਦੋਂ ਕੀ ਕਰਦੇ ਆ ਰਿਲੀਜੀਅਸ ਅਤੇ ਡਿਵੋਸ਼ਨਲ ਸੌਂਗਸ ਕਹਿੰਦੇ, ਜਿਵੇਂ ਆਪਣੇ ਪੰਜਾਬੀ 'ਚ ਕਹਿੰਦੇ ਕਿ ਜਦੋਂ ਲੋਕੀ ਬਜ਼ੁਰਗ ਹੋ ਜਾਂਦੇ ਆ ਉਦੋਂ ਹੀ ਰੱਬ ਨੂੰ ਯਾਦ ਕਰਦੇ ਆ ਨਾ, ਸੋ ਉਦੋਂ ਉਹ ਕਿਉਂ ਓਬਵੀਅਸਲੀ ਉਦੋਂ ਵੀ ਉਹ ਰਿਲੀਜਨ ਅਤੇ ਜਿਹੜੇ ਡਿਵੋਸ਼ਨਲ ਸੌਂਗਸ ਹੁੰਦੇ ਨੇ ਕਿਉਂ ਸੁਣਨਾ ਪਸੰਦ ਕਰਦੇ ਆ, ਬਿਕੋਜ਼ ਉਹਨਾਂ ਨੂੰ ਆਪਦੀ ਪਤਾ ਹੁੰਦਾ ਕਿ ਹੁਣ ਅਸੀਂ ਮੌਤ ਦੇ ਬਹੁਤ ਨੇੜੇ ਆ ਐਂਡ ਲਾਈਕ ਵੀ ਅਸੀਂ ਜਾਣਾ, ਸੋ ਦੈਟਸ ਵਾਈ ਦਿਸ ਇਜ਼ ਦ ਲੌਜਿਕ behind religious and devotional music. Next one, why do some people like to play music in the open, ਕਿ ਓਪਨ ਦੇ ਵਿੱਚ ਲੋਕਾਂ ਨੂੰ ਮਿਊਜ਼ਿਕ ਪਲੇ ਕਰਨਾ ਕਿਉਂ ਪਸੰਦ ਹੁੰਦਾ ਹੈ, ਲਾਈਕ ਮਿਊਜ਼ੀਕਲ ਇੰਸਟਰੂਮੈਂਟ। ਦੇਰ ਆਰ 2 reasons why they do it, ਇਹਦੇ 2 reasons ਹੁੰਦੇ ਕਿਉਂ ਕਰਨਾ ਚਾਹੁੰਦੇ ਆ। ਹੋਪ ਇੱਕ ਐਗਜ਼ਾਮਪਲ ਹੈ, ਜਦੋਂ ਤੁਸੀਂ ਜਿਹੜਾ ਇੱਕ ਸੌਂਗ ਹੈ ਪੰਜਾਬੀ ਸੌਂਗ ਹੈ, ਸਿੰਗਰ ਨੇਮ ਇਜ਼ ਸਿੰਗਾ, ਉਹਦਾ ਸੌਂਗ ਹੈ, ਉਹਦੇ ਵਿੱਚ ਆਈ ਨੋਟ ਯੈਟ ਰਿਮੈਂਬਰ ਦ ਨੇਮ ਆਫ ਦ ਸੌਂਗ, ਉਹਦੇ ਵਿੱਚ ਉਹ ਗਰਲ ਜਿਹੜੀ ਹੁੰਦੀ ਉਹਦੀ ਵੀਡੀਓ ਦੇ ਵਿੱਚ ਉਹ ਸੌਂਗ ਪਲੇ ਕਰ ਰਹੀ ਹੁੰਦੀ ਹੈ, ਐਨੇ ਕੋਈ ਬਹੁਤ ਵੱਡਾ ਬਿਜ਼ਨਸਮੈਨ ਲਾਈਕ ਬਹੁਤ ਇੱਕ ਰਿਚ ਫੈਮਿਲੀ ਤੋਂ ਹੁੰਦਾ, ਸੋ ਇਹਦੇ ਬੋਡੀ ਕਾਰਡਸ ਵਗੈਰਾ ਹੁੰਦੇ, ਜਦੋਂ ਦੇਖਦਾ ਉਹਨੂੰ ਪਲੇ ਕਰਦਾ, ਸੋ ਹੀ pretended to like a normal man, right, ਇਸ ਟਾਈਪ ਦਾ। ਉਸ ਚੀਜ਼ ਨੂੰ ਕੀ ਕਹਿੰਦੇ ਆ ਕਿ ਜਿਹੜੇ ਆਪਣੇ ਓਪਨਲੀ ਜਿਹੜੇ ਮਿਊਜ਼ੀਕਲ ਇੰਸਟਰੂਮੈਂਟਸ ਨੂੰ ਪਲੇ ਕਰਦੇ ਆ। ਸੋ ਇਹਦੇ 2 ਰੀਜ਼ਨ ਹੈ ਕਿ ਉਹ ਇੱਦਾਂ ਕਿਉਂ ਕਰਦੇ ਆ। ਫਸਟ ਐਂਡ ਫੋਰਮੋਸਟ, ਸਭ ਤੋਂ ਪਹਿਲਾਂ ਦੇ ਡਿਜ਼ਾਇਰ ਟੂ ਮੇਕ ਅ ਪੋਜ਼ੀਟਿਵ ਇੰਪ੍ਰੈਸ਼ਨ ਔਨ ਪੀਪਲ, ਕਿ ਉਹ ਉਹਨਾਂ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਲੋਕਾਂ ਦੇ ਪੋਜ਼ੀਟਿਵ ਇੰਪ੍ਰੈਸ਼ਨ ਪਾਉਣ ਬਾਏ ਪਰਫੋਰਮਿੰਗ ਅ ਮਿਊਜ਼ੀਕਲ ਇੰਸਟਰੂਮੈਂਟ ਇਨ ਪਬਲਿਕ ਦੇ ਵਿੱਚ ਮਿਊਜ਼ੀਕਲ ਇੰਸਟਰੂਮੈਂਟ ਪਰਫੋਰਮ ਕਰਕੇ। ਇਨ ਅਦਰ ਵਰਡਸ, ਦੂਸਰੇ ਵਰਡਸ ਦੇ ਵਿੱਚ ਦੇ ਵਾਂਟ ਟੂ ਸ਼ੋ ਆਫ ਦੇਅਰ ਐਬਿਲਿਟੀਜ਼, ਉਹ ਆਪਦੀਆਂ ਐਬਿਲਿਟੀਜ਼ ਨੂੰ ਸ਼ੋ ਆਫ ਕਰਨਾ ਚਾਹੁੰਦੇ ਆ। ਐਂਡ ਦ ਅਦਰ ਓਬਵੀਅਸ ਰੀਜ਼ਨ ਇਜ਼ ਦੈਟ ਦੇ ਗੈਟ into a state of flow while playing music in nature, ਤਾਂ ਉਹਨਾਂ ਨੂੰ ਬੜਾ ਹੀ ਵਧੀਆ ਲੱਗਦਾ ਜਦੋਂ ਉਹ ਨੇਚਰ ਦੇ ਵਿੱਚ ਮਿਊਜ਼ਿਕ ਪਲੇ ਕਰਦੇ ਆ। ਸੋ ਇਹ ਸੀਗੇ ਅੱਜ ਦੇ ਫੋਲੋਅਪ ਕੁਐਸਚਨਸ ਪਲੱਸ ਇਹਦੇ ਕਿਊ ਕਾਰਡ। How briefly you could see I have explained you each and everything, every single meaning I have explained you very precisely. Now you have to watch it complete, then you can write it in your notebook and use it in your daily life, then definitely you will get some better band scores. So keep subscribe my channel and share it with, yes, definitely share it with your friends so that they will also take advantage from these videos and crack their IELTS as soon as possible with better band scores. So let's meet in the next video. Thank you. Bye bye.